ਭਗਤ ਕਮਾਈ। ਹੁਣ ਭਗਤ ਜੀ ਸਾਨੂੰ ਅਗਲੇ ਸ਼ਬਦ ਵਿੱਚ ਉਪਦੇਸ਼ ਕਰਦੇ ਨੇ ਕਿ ਜਿਹੜਾ ਇਹ ਮਨੁੱਖਾ ਸਰੀਰ ਹੈ ਭਾਈ, ਤੈਨੂੰ ਬੜਾ ਹੀ ਅਮੋਲਕ ਪ੍ਰਾਪਤ ਹੋਇਆ। ਭਈ ਪ੍ਰਾਪਤ ਮਾਨੁਖ ਦੇਹੁ ਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਪਰਮਾਤਮਾ ਨੇ ਤੈਨੂੰ ਇੱਕ ਵਾਰੀ ਦਿੱਤੀ ਹੈ ਆਪਣੇ ਨਾਲ ਮਿਲਣ ਵਾਸਤੇ, ਤਾਂ ਇਸ ਕਰਕੇ ਸਤਿਗੁਰੂ ਕਹਿੰਦੇ ਤੂੰ ਸਤ ਸੰਗਤ ਵਿੱਚ ਬੈਠ ਕੇ ਪ੍ਰਭੂ ਪਰਮਾਤਮਾ ਦੇ ਗੁਣ ਗਾਇਆ ਕਰ ਭਾਈ। ਗੁਰ ਸੇਵਾ, ਗੁਰੂ ਦੀ ਸੇਵਾ ਕਰਿਆ ਕਰ। ਜੋ ਗੁਰ ਕਹੈ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਤੈਨੂੰ ਉਪਦੇਸ਼ ਕਰਦੇ ਨੇ ਉਹਨੂੰ ਮੰਨਣਾ ਸਿੱਖ। ਗੁਰੂ ਦੀ ਇਸ ਬਣਾਈ ਹੋਈ ਗਲੀ ਦੇ ਵਿੱਚ ਆ ਜਾ, ਗੁਰਮਤਿ ਧਾਰਨ ਕਰ ਲੈ, ਗੁਰੂ ਦੀ ਸੇਵਾ ਕਰਿਆ ਕਰ ਅਤੇ ਭਗਤ ਕਮਾਈ। ਜਿਹੜੀ ਪਰਮਾਤਮਾ ਦੀ ਭਗਤੀ ਕਰਨੀ ਹੈ, ਨਾਮ ਜਪਣਾ, ਸਿਮਰਨ ਕਰਨਾ, ਇਹ ਕਮਾਈ ਕਰ ਆਪਣੇ ਜੀਵਨ ਦੇ ਅੰਦਰ। ਇਹ ਤੂੰ ਅਸਲ ਕਮਾਈ ਪ੍ਰਾਪਤ ਕਰਨੀ ਹੈ, ਜਿਹੜਾ ਤੈਨੂੰ ਪਰਲੋਕ ਵਿੱਚ ਵੀ ਖਰਚ ਪ੍ਰਾਪਤ ਹੋਵੇਗਾ। ਅੱਗੇ ਜਾ ਕਰਕੇ ਤੇਰੀ ਸਹਾਇਤਾ ਹੋਵੇਗੀ। ਗੁਰੂ ਦੀ ਸੇਵਾ ਤੇ ਮਹਾਰਾਜ ਕਹਿੰਦੇ ਭਗਤ ਦੀ ਕਮਾਈ ਕਰਨਾ ਕਰ, ਜਿਹੜੀ ਭਗਤੀ ਕਰਨੀ ਹੈ। ਤਬ ਇਹ ਮਾਨਸ ਦੇਹੀ ਪਾਈ, ਤਦੋਂ ਹੀ ਇਹ ਮਨੁੱਖਾ ਸਰੀਰ ਪ੍ਰਾਪਤ ਕੀਤਾ ਜਾਣ, ਸਫਲਾ ਜਾਣ। ਨਹੀਂ ਤਾਂ ਭਾਈ ਜੇ ਤੂੰ ਨਹੀਂ ਸੇਵਾ ਕਰਦਾ, ਗੁਰੂ ਦੀ ਭਗਤੀ ਨਹੀਂ ਕਰਦਾ, ਤਾਂ ਤੇਰਾ ਇਹ ਸਰੀਰ ਕਿਸੇ ਕੰਮ ਨਹੀਂ। ਇੱਕ ਵਿਅਰਥੀ ਤੋਂ ਇਹ ਸਰੀਰ ਪ੍ਰਾਪਤ ਕੀਤਾ ਹੋਇਆ ਹੈ। ਤਬ ਇਹ ਮਾਨਸ ਦੇਹੀ ਪਾਈ, ਤਦੋਂ ਹੀ ਜਾਣ ਵੀ ਇਹ ਮਾਨਸ ਦੇਹੀ ਪ੍ਰਾਪਤ ਕੀਤੀ ਹੈ ਮੈਂ, ਨਹੀਂ ਤਾਂ ਕਿਸੇ ਅਰਥ ਨਹੀਂ ਹੈ। ਇਹ ਮਨੁੱਖਾ ਸਰੀਰ ਪ੍ਰਾਪਤ ਕੀਤਾ ਹੋਇਆ। ਐਸ ਦੇਹੀ ਕੋ ਸਿਮਰਹਿ ਜੀਵ, ਇਸ ਦੇਹੀ ਸਰੀਰ ਦੇ ਤਾਈ ਤਾਂ ਜਿਹੜੇ ਦੇਵਤੇ ਹਨ ਉਹ ਵੀ ਸਿਮਰਦੇ ਨੇ। ਉਹ ਵੀ ਕਹਿੰਦੇ ਹਨ ਕਿ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਵੇ ਤੇ ਅਸੀਂ ਬੰਦਗੀ ਕਰ ਲੈਂਦੇ। ਸਾਧ ਸੰਗਤ, ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਸਾਇਆ ਹੈ, ਉਸ ਸਮੇਂ ਜਦੋਂ ਸਤਿਗੁਰਾਂ ਨੇ ਗੁਰਸਿੱਖਾਂ ਦੇ ਘਰ ਬਣਾਉਣਾ ਕੀਤੇ ਤੇ ਸਰਾਵਾਂ ਬਣਾ ਰਹੇ ਸਨ ਗੁਰਸਿੱਖਾਂ ਦੇ ਰਹਿਣ ਵਾਸਤੇ। ਰੋਪੜ ਦਾ ਇੱਕ ਪੀਰ, ਇਹਦਾ ਨਾਂ ਸੀ ਮਾਲੇ ਸ਼ਾਹ। ਇਹ ਸਾਧ ਸੰਗਤ ਆਪਣੇ ਮੁਰੀਦਾਂ ਦੇ ਨਾਲ ਲੰਘ ਰਿਹਾ ਸੀ ਤੇ ਜਦੋਂ ਇਸ ਨੇ ਦੇਖਿਆ ਵੀ ਇਹ ਕੋਈ ਨਵਾਂ ਸ਼ਹਿਰ ਵਸ ਰਿਹਾ ਹੈ, ਬੜੇ ਸੋਹਣੇ ਘਰ ਬਣ ਰਹੇ ਨੇ, ਤੇ ਉਹਨਾਂ ਮਿਸਤਰੀ ਸਿੱਖਾਂ ਨੂੰ ਪੁੱਛਿਆ, ਭਾਈ ਇਹ ਕਿਹਦੇ ਰਾਜੇ ਦਾ ਨਗਰ ਵਸ ਰਿਹਾ ਹੈ? ਤਾਂ ਉਸ ਸਮੇਂ ਉਹ ਕਹਿਣ ਲੱਗੇ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ 9ਵੇਂ ਅਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨਗਰ ਵਸਾ ਰਹੇ ਹਨ। ਜਦੋਂ ਇੰਨੀ ਗੱਲ ਸੁਣੀ ਤਾਂ ਉਹ ਕਹਿਣ ਲੱਗਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਤਾਂ ਫਕੀਰ ਸਨ, ਉਹਨਾਂ ਨੇ ਤਾਂ ਇਹ ਬਚਨ ਕੀਤੇ ਨੇ, ਜਿਨ੍ਹੇ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ। ਜਿਨ੍ਹਾਂ ਨੇ ਇਹੀ ਸਮਝ ਲਿਆ ਵੀ ਦੁਨੀਆ ਤੋਂ ਚਲੇ ਜਾਣਾ ਤੇ ਉਹ ਵਿਸਥਾਰ ਕਾਹਦੇ ਵਾਸਤੇ ਕਰਨ, ਖਲਾਰਾ ਕਾਹਦੇ ਵਾਸਤੇ ਪਾਉਣ। ਇਸ ਲਈ ਮੇਰਾ ਇਹ ਸਵਾਲ ਹੈ ਕਿ ਗੁਰੂ ਕੀ ਪ੍ਰਵਿਰਤੀ ਕੀ, ਇਹ ਪੁੱਛ ਕੇ ਰੱਖੀ, ਮੈਂ ਕੱਲ ਨੂੰ ਫਿਰ ਆਵਾਂਗਾ। ਤਾਂ ਉਸ ਸਮੇਂ ਸਾਧ ਸੰਗਤ ਇਹ ਪੀਰ ਚਲਿਆ ਗਿਆ। ਜਦੋਂ ਇਹ ਸਿੱਖ ਇੱਧਰੋਂ ਵਿਹਲੇ ਹੋਏ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੇਨਤੀ ਕੀਤੀ, ਮਹਾਰਾਜ ਜੀ ਇਸ ਤਰ੍ਹਾਂ ਅੱਜ ਇੱਕ ਪੀਰ ਆਇਆ ਸੀ ਤੇ ਉਸ ਨੇ ਸਵਾਲ ਕੀਤਾ ਹੈ ਗੁਰੂ ਕੀ ਪ੍ਰਵਿਰਤੀ ਕੀ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜਦੋਂ ਉਹ ਕੱਲ ਨੂੰ ਫੇਰ ਮਿਲੇ ਨਾ ਤੇ ਸਾਡੇ ਕੋਲ ਲੈ ਆਵੀਂ।
ਇਸ ਤਰ੍ਹਾਂ ਸਾਧ ਸੰਗਤ ਦੂਜੇ ਦਿਨ ਫਿਰ ਇਸ ਪੀਰ ਨੇ ਆ ਕਰਕੇ ਇਹਨਾਂ ਸਿੱਖਾਂ ਨੂੰ ਉਹੀ ਸਵਾਲ ਕੀਤਾ ਕਿ ਮੈਨੂੰ ਦੱਸੋ ਉੱਤਰ ਮਿਲਿਆ ਕਿ ਨਹੀਂ। ਸਿੱਖ ਕਹਿਣ ਲੱਗੇ, ਭਾਈ ਸਾਡੇ ਸਤਿਗੁਰਾਂ ਦਾ ਇਹ ਵਚਨ ਹੈ ਕਿ ਪੀਰ ਸਾਨੂੰ ਆ ਕਰਕੇ ਮਿਲੇ, ਅਸੀਂ ਉਹਦੇ ਸਾਹਮਣੇ ਉਸ ਨੂੰ ਉੱਤਰ ਦੇਵਾਂਗੇ। ਤਾਂ ਉਸ ਸਮੇਂ ਸਾਧ ਸੰਗਤ ਇਹ ਪੀਰ ਸਤਿਗੁਰਾਂ ਕੋਲ ਚਲਿਆ ਗਿਆ, ਗੁਰੂ ਪਾਤਸ਼ਾਹ ਨੂੰ ਨਮਸਕਾਰ ਕੀਤੀ ਔਰ ਕਿਹਾ, ਮਹਾਰਾਜ ਜੀ ਮੇਰਾ ਇਹ ਸਵਾਲ ਹੈ, ਆ ਸਭ ਕੁਝ ਦੇਖ ਕਰਕੇ ਗੁਰੂ ਕੀ ਪ੍ਰਵਿਰਤੀ ਕੀ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਤੂੰ ਸਾਡੇ ਕੋਲੋਂ ਇਸ ਦਾ ਉੱਤਰ ਸੁਣਨਾ ਚਾਹੁੰਦਾ ਹੈ ਕਿ ਸਭ ਕੁਝ ਅੱਖਾਂ ਦੇ ਸਾਹਮਣੇ ਹੀ ਦੇਖਣਾ ਚਾਹੁੰਦਾ ਹੈ। ਕਹਿੰਦਾ, ਮਹਾਰਾਜ ਜੇ ਤੁਸੀਂ ਮੈਨੂੰ ਦਿਖਾਈ ਦਓ ਤਾਂ ਬਹੁਤਾ ਵਿਸ਼ਵਾਸ ਹੋ ਜਾਵੇ। ਸਤਿਗੁਰੂ ਕਹਿੰਦੇ, ਫਿਰ ਅੱਖਾਂ ਬੰਦ ਕਰ। ਜਦੋਂ ਇਸ ਨੇ ਅੱਖਾਂ ਬੰਦ ਕੀਤੀਆਂ, ਸਾਧ ਸੰਗਤ ਸਾਹਮਣੇ ਕੀ ਦੇਖਦਾ ਹੈ ਕਿ ਇੱਕ ਬੜਾ ਸੋਹਣਾ ਅਸਥਾਨ ਬਣਿਆ ਹੋਇਆ ਹੈ। ਇੱਕ ਮਨੁੱਖ ਹੀਰੇ ਮੋਤੀਆਂ ਨਾਲ ਜੜੇ ਹੋਏ ਸੋਨੇ ਦੇ ਤਖਤ ਤੇ ਬੈਠਾ ਹੈ ਤੇ ਉਹਦੀ ਬੜੀ ਸੇਵਾ ਹੋ ਰਹੀ ਹੈ, ਬੜਾ ਉਹਦਾ ਸਤਿਕਾਰ ਹੋ ਰਿਹਾ ਹੈ। ਤੇ ਜਦੋਂ ਉਹ ਨੌਕਰ ਚਾਕਰ ਸੇਵਾ ਕਰਕੇ ਚਲੇ ਗਏ, ਇਸ ਨੇ ਜਾ ਕਰਕੇ ਪੁੱਛਿਆ, ਭਾਈ ਤੂੰ ਕੀ ਪੁੰਨ ਕਰਕੇ ਆਇਆ ਦੁਨੀਆ ਦੇ ਵਿੱਚ ਕਿ ਤੈਨੂੰ ਇੰਨਾ ਸੁੱਖ ਮਿਲ ਰਿਹਾ ਹੈ, ਤੇਰੀ ਇੰਨੀ ਸੇਵਾ ਹੋ ਰਹੀ ਹੈ। ਤਾਂ ਉਹ ਮਨੁੱਖ ਅੱਗੋਂ ਰੋ ਪਿਆ, ਕਹਿੰਦਾ, ਮੈਂ ਕੀ ਪੁੰਨ ਕਰਨਾ ਸੀ, ਪੁੰਨ ਤਾਂ ਮਨੁੱਖਾ ਸਰੀਰ ਦੇ ਵਿੱਚ ਹੁੰਦੇ ਨੇ। ਮੈਂ ਤਾਂ ਦੁਨੀਆ ਵਿੱਚ ਇੱਕ ਤਾਮਸੀ ਜੂਨ ਸ਼ੇਰ ਪ੍ਰਾਪਤ ਕੀਤੀ। ਮੈਂ ਸ਼ੇਰ ਹੁੰਦਾ ਸੀ ਤੇ ਇੱਕ ਦਿਨ ਦੀ ਗੱਲ, ਮੈਂ ਬਾਹਰੋਂ ਜੰਗਲ ਦੇ ਵਿੱਚੋਂ ਰੱਜ ਕਰਕੇ ਆਪਣੀ ਗੁਫਾ ਵੱਲ ਆ ਰਿਹਾ ਸੀ। ਉਸ ਦਿਨ ਥੋੜ੍ਹਾ ਮੌਸਮ ਖਰਾਬ ਹੋਣ ਕਰਕੇ ਮੀਂਹ ਪੈ ਰਿਹਾ ਸੀ ਤੇ ਜਦੋਂ ਮੈਂ ਆਪਣੀ ਗੁਫਾ ਦੇ ਕੋਲ ਆਇਆ, ਮੈਂ ਦੇਖਿਆ ਕਿ ਗੁਫਾ ਦੇ ਵਿੱਚ ਦੋ ਫਕੀਰ ਬੈਠੇ ਹਨ। ਉਸ ਸਮੇਂ ਮੈਂ ਸੋਚਿਆ ਵੀ ਜੇ ਮੈਂ ਗੁਫਾ ਵਿੱਚ ਗਿਆ ਤਾਂ ਇਹ ਮੇਰੇ ਡਰ ਕਰਕੇ ਮਰ ਜਾਣਗੇ, ਘਬਰਾ ਜਾਣਗੇ। ਇਸ ਲਈ ਇਹ ਮੇਰੇ ਹੁਣ ਪ੍ਰਾਹੁਣੇ ਹਨ, ਮਹਿਮਾਨ ਨੇ ਮੇਰੇ ਘਰ ਵਿੱਚ, ਇਹਨਾਂ ਨੇ ਥਾਂ ਲਈ ਹੋਈ ਹੈ ਠੰਡ ਤੋਂ ਬਚਣ ਵਾਸਤੇ, ਤੇ ਮੇਰਾ ਅੰਦਰ ਜਾਣਾ ਠੀਕ ਨਹੀਂ। ਮੈਂ ਇਹ ਸੋਚ ਕਰਕੇ ਗੁਫਾ ਤੋਂ ਬਾਹਰ ਹੀ ਬੈਠ ਜਾਣਾ ਕੀਤਾ। ਉੱਧਰੋਂ ਝੱਖੜ ਵਗਿਆ, ਗੜੇ ਪਏ, ਮੀਂਹ ਵਰਦਾ ਰਿਹਾ, ਜਿਸ ਕਰਕੇ ਮੇਰੀ ਮੌਤ ਹੋ ਗਈ। ਜਦੋਂ ਮੇਰੀ ਮੌਤ ਹੋਈ ਤੇ ਉੱਧਰ ਦੂਜੇ ਦਿਨ ਜਦੋਂ ਸਵੇਰਾ ਹੋਇਆ ਤੇ ਉਹ ਫਕੀਰ ਗੁਫਾ ਤੋਂ ਬਾਹਰ ਆਏ। ਉਹਨਾਂ ਨੇ ਬਾਹਰ ਆ ਕੇ ਦੇਖਿਆ ਕਿ ਮੈਂ ਮਰਿਆ ਪਿਆ ਹਾਂ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਸ਼ੇਰ ਨੇ ਸਾਡੇ ਸਤਿਕਾਰ ਵਾਸਤੇ, ਸਾਡੀ ਰੱਖਿਆ ਵਾਸਤੇ ਬਾਹਰ ਹੀ ਰਾਤ ਕੱਟਣਾ ਕੀਤੀ, ਆਪਣੇ ਤੇ ਮੀਂਹ ਝੱਖੜ ਸਹਾਰਨਾ ਕੀਤਾ ਤੇ ਇਸ ਨੇ ਬਹੁਤ ਵੱਡਾ ਪੁੰਨ ਕੀਤਾ। ਉਹਨਾਂ ਨੇ, ਫਕੀਰਾਂ ਨੇ ਪ੍ਰਸੰਨ ਹੋ ਕਰਕੇ ਆਪਣੇ ਚਰਨਾਂ ਦਾ ਅੰਗੂਠਾ ਮੇਰੇ ਸਿਰ ਨੂੰ ਸੁਹਾਇਆ ਤੇ ਚਲੇ ਗਏ। ਬਸ ਉਹਨਾਂ ਦੀ ਇਹੀ ਬਖਸ਼ਿਸ਼ ਦਾ ਸਦਕਾ ਮੈਨੂੰ ਇਹ ਸਾਰੇ ਸੁੱਖ ਮਿਲੇ ਹੋਏ ਨੇ। ਪਰ ਫਿਰ ਵੀ ਮੇਰੇ ਅੰਦਰ ਇਹ ਤੜਫ ਹੈ ਕਿ ਕਿਤੇ ਮੈਂ ਮਨੁੱਖ ਹੁੰਦਾ ਤੇ ਦੂਜਿਆਂ ਦੀ ਸੇਵਾ ਕਰਦਾ, ਦੂਜਿਆਂ ਦੇ ਰਹਿਣ ਵਾਸਤੇ ਸੋਹਣੇ ਘਰ ਬਣਾਉਂਦਾ, ਲੋੜਵੰਦਾਂ ਨੂੰ ਸਹਾਇਤਾ ਦਿੰਦਾ, ਆਪਣੇ ਧਨ ਨੂੰ ਦਾਨ ਪੁੰਨ ਤੇ ਖਰਚ ਕਰਦਾ। ਇਹ ਮੇਰੀ ਇੱਛਾ ਹੈ। ਤਾਂ ਜਦੋਂ ਇੰਨਾ ਸੁਣਿਆ ਤੇ ਪੀਰ ਦੇ ਨੇਤਰ ਖੁੱਲ੍ਹ ਗਏ। ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਮੈਂ ਸਮਝ ਗਿਆ ਹਾਂ, ਤੁਸੀਂ ਸੱਚ ਕਰ ਰਹੇ ਹੋ। ਤੁਹਾਡੇ ਸਿੱਖ ਜਿਹੜੇ ਦੂਰੋਂ ਆਉਂਦੇ ਨੇ, ਕੋਈ ਸਿੱਖ ਕਿਤੋਂ ਕਾਬਲ ਤੋਂ ਆਉਂਦਾ ਹੈ, ਕੋਈ ਕੰਧਾਰ ਤੋਂ, ਕੋਈ ਪਿਸ਼ੌਰ ਤੋਂ, ਕੋਈ ਪੰਜਾਬ 'ਚੋਂ, ਜਿਹੜੇ ਇਹ ਤੁਸੀਂ ਸਰਾਵਾਂ ਬਣਾ ਰਹੇ ਉਹਨਾਂ ਦੇ ਆਰਾਮ ਵਾਸਤੇ ਕਿ ਆਪਣੀਆਂ ਆ ਕਰਕੇ ਥਕਾਵਟ ਦੂਰ ਕਰਨ ਸਿੱਖ, ਫਿਰ ਇੱਥੇ ਰਹਿ ਕੇ ਤੁਹਾਡੇ ਦਰਸ਼ਨਾਂ ਦਾ ਲਾਭ ਪ੍ਰਾਪਤ ਕਰਨਗੇ, ਕਥਾ ਕੀਰਤਨ ਸੁਣਨਗੇ, ਸੇਵਾ ਕਰਨਗੇ, ਉਹਨਾਂ ਨੂੰ ਇੱਥੇ ਰਹਿੰਦਿਆਂ ਕੋਈ ਮੁਸ਼ਕਲ ਨਹੀਂ ਆਵੇਗੀ। ਤੇ ਮਹਾਰਾਜ ਜਿਨ੍ਹਾਂ ਸਿੱਖਾਂ ਨੇ ਇੱਥੇ ਸਰਾਵਾਂ ਦੇ ਵਿੱਚ ਸੇਵਾ ਕੀਤੀ ਹੈ, ਜਿਨ੍ਹਾਂ ਨੇ ਧਨ ਕਰਕੇ ਸੇਵਾ ਕੀਤੀ ਹੈ, ਉਹਨਾਂ ਦਾ ਇਹ ਧਨ ਸਫਲਾ ਹੋ ਜਾਵੇਗਾ। ਇਸ ਤਰ੍ਹਾਂ ਹੀ ਹੈ ਨਾ ਸਾਧ ਸੰਗਤ, ਗੁਰੂ ਘਰਾਂ ਦੇ ਵਿੱਚ
ਦੇਖੋ ਇੱਥੇ ਸਾਰਿਆਂ ਨੇ ਹੀ ਆਉਣਾ ਹੈ ਤੇ ਕੋਈ ਵੀ ਆਵੇ ਇੱਥੋਂ ਰਾਜੀ ਖੁਸ਼ੀ ਹੋ ਕੇ ਜਾਂਦਾ ਹੈ। ਅਸੀਂ ਆਪਣੇ ਘਰਾਂ ਦੇ ਦੁੱਖ ਸੁੱਖ ਦੇ ਸਮੇਂ ਜੋ ਸਮਾਗਮ ਕਰਾਉਂਦੇ ਆ, ਗੁਰੂ ਘਰ ਦੇ ਵਿੱਚ ਕਿੰਨੀ ਸੰਤੁਸ਼ਟੀ ਨਾਲ ਹੋ ਜਾਂਦੇ ਨੇ। ਕਿਹੜਾ ਇੱਥੇ ਕੋਈ ਬਿਜਲੀ ਦਾ ਖਰਚਾ ਦੇਣਾ ਪੈਣਾ ਹੈ, ਕਿਹੜਾ ਇੱਥੇ ਕੋਈ ਗਰਮੀ ਦੀ ਰੁੱਤ ਵਿੱਚ ਪੱਖੇ ਲਿਆਉਣੇ ਪੈਣੇ ਨੇ, ਵਿਛਾਈਆਂ ਵਿਛਾਉਣੀਆਂ ਪੈਣੀਆਂ ਨੇ, ਸਾਰੇ ਪ੍ਰਬੰਧ ਕੀਤੇ ਹੋਏ ਨੇ ਔਰ ਸਾਰੇ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਹੇ ਨੇ ਨਾ। ਕੋਈ ਇੱਥੇ ਦਿਨੇ ਭੁੱਖਾ ਆਉਂਦਾ ਰੱਜ ਕੇ ਜਾਂਦਾ ਹੈ, ਇਹ ਸਾਰੀ ਸੇਵਾ ਸੰਗਤਾਂ ਦੀ ਹੁੰਦੀ ਹੈ ਔਰ ਇਹ ਸੇਵਾ ਕੀਤੀ ਸਫਲ ਹੁੰਦੀ ਹੈ। ਤਾਂ ਉਸ ਸਮੇਂ ਸਾਧ ਸੰਗਤ ਇਹ ਪੀਰ ਸਤਿਗੁਰਾਂ ਦੇ ਚਰਨਾਂ 'ਤੇ ਡਿੱਗ ਪਿਆ, ਨਮਸਕਾਰ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਇਹ ਮਨੁੱਖਾ ਸਰੀਰ ਹੈ ਇਸ ਨੂੰ ਦੇਵਤੇ ਵੀ ਸਿਮਰਦੇ ਹਨ, ਤਬ ਇਹ ਮਾਨਸ ਦੇਹੀ ਪਾਈ। ਜਿਹੜੀ ਸਾਧ ਸੰਗਤ ਇਹ ਪੰਗਤੀ ਹੈ ਨਾ, ਇਹਦਾ ਕਈ ਲੋਕ ਇਸ ਤਰ੍ਹਾਂ ਅਰਥ ਕਰਦੇ ਨੇ ਵੀ ਪਹਿਲਾਂ ਗੁਰੂ ਦੀ ਸੇਵਾ ਤੇ ਭਗਤੀ ਕਰ, ਫਿਰ ਇਹ ਮਨੁੱਖਾ ਸਰੀਰ ਤੈਨੂੰ ਪ੍ਰਾਪਤ ਹੋਵੇਗਾ। ਪਰ ਇਹ ਸਾਧ ਸੰਗਤ ਗਲਤ ਅਰਥ ਹੈ, ਕਿਉਂਕਿ ਗੁਰੂ ਸਾਹਿਬਾਂ ਦੀ ਸੇਵਾ ਕਰਕੇ ਭਗਤੀ ਕਰਕੇ ਤਾਂ ਕਰਮ ਹੀ ਖਤਮ ਹੋ ਜਾਂਦੇ ਨੇ, ਜਨਮ ਮਰਨ ਹੀ ਮਿਟ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਭਾਈ ਇਹ ਮਨੁੱਖਾ ਸਰੀਰ ਜਿਹੜਾ ਤੂੰ ਪ੍ਰਾਪਤ ਕੀਤਾ ਹੈ ਨਾ, ਇਸ ਨੂੰ ਸਫਲਾ ਵੀ ਕਰ ਪਰਮਾਤਮਾ ਦੀ ਬੰਦਗੀ ਕਰਕੇ। ਐਵੇਂ ਨਾ ਕਿਤੇ ਖਾ ਪੀ ਕਰਕੇ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧਰਿਗ ਜੀਵਨ ਨਹੀਂ ਰਹਿਣਾ। ਪਤਾ ਨਹੀਂ ਸਰੀਰ ਵਿੱਚੋਂ ਕਦੋਂ ਭੌਰ ਨੇ ਉੱਡ ਕੇ ਚਲਿਆ ਜਾਣਾ ਹੈ, ਸਰੀਰ ਅੰਦਰੋਂ ਪ੍ਰਾਣ ਨਿਕਲ ਜਾਣੇ ਹਨ, ਮੌਤ ਨੇ ਆ ਕੇ ਡਾਂਕਾ ਵਜਾ ਦੇਣਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਆਪਣਾ ਇਹ ਜੀਵਨ ਸਫਲ ਕਰ, ਕਿਉਂ ਗਵਾਈ ਜਾਣਾ ਹੈ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ ਇਹ ਜਨਮ ਚਲਿਆ ਜਾਵੇਗਾ। ਜੇ ਤੂੰ ਗੁਰੂ ਦੀ ਸੇਵਾ ਨਾ ਕੀਤੀ, ਭਗਤੀ ਨਾ ਕੀਤੀ ਤਾਂ ਇਹ ਤੇਰਾ ਜਨਮ ਕਿਸੇ ਅਰਥ ਨਹੀਂ। ਇਸ ਦੇਹੀ ਕੋ ਸਿਮਰਹਿ ਦੇਵ। ਜਿਵੇਂ ਸਾਧ ਸੰਗਤ ਉਹ ਦੇਵਤਾ ਸੀ ਨਾ, ਜਿਹੜੇ ਦੇਵਤੇ ਹੁੰਦੇ ਨੇ, ਜਦੋਂ ਕੋਈ ਮਨੁੱਖ ਦੁਨੀਆ ਵਿੱਚ ਰਹਿ ਕੇ ਤਪ ਕਰਦਾ ਹੈ ਤੇ ਯੋਗ ਸਾਧਨਾ ਕਰਦਾ ਹੈ ਤਾਂ ਉਸ ਨੂੰ ਦੇਹੀ ਪ੍ਰਾਪਤ ਹੁੰਦੀ ਹੈ। ਦੇਵਤੇ ਵੀ ਕਈ ਤਰ੍ਹਾਂ ਦੇ ਮੰਨੇ ਜਾਂਦੇ ਨੇ। ਇੱਕ ਅਜਾਣ ਸੰਗਿਆ ਵਾਲੇ ਦੇਵਤੇ ਮੰਨੇ ਜਾਂਦੇ ਨੇ, ਇੱਕ ਨਰ ਦੇਵਤੇ ਮੰਨੇ ਜਾਂਦੇ ਨੇ। ਜਿਹੜੇ ਬ੍ਰਹਮਾ ਦੇ ਫੁਰਨੇ ਦੇ ਨਾਲ ਪੈਦਾ ਹੋਏ ਉਹ ਅਜਾਨ ਸੰਗਿਆ ਵਾਲੇ ਦੇਵਤੇ ਹਨ, ਤੇ ਜਿਹੜੇ ਲੋਕ ਤਪ ਕਰਕੇ ਯੋਗ ਸਾਧਨਾ ਕਰਕੇ ਜਾਂਦੇ ਹਨ ਉਹਨਾਂ ਨੂੰ ਆਪਣੀ ਵਾਸ਼ਨਾ ਦੇ ਅਨੁਸਾਰ, ਕਿਉਂਕਿ ਮਨ 'ਚ ਵਾਸ਼ਨਾ ਹੁੰਦੀ ਹੈ ਕਿ ਮੈਂ ਸੁੱਖ ਭੋਗਾਂ, ਤਾਂ ਉਸ ਨੂੰ ਦੇਵ ਦੇਹੀ ਪ੍ਰਾਪਤ ਹੋ ਜਾਂਦੀ ਹੈ। ਤੇ ਦੇਵ ਦੇਹੀ ਦੇ ਵਿੱਚ ਜਿਵੇਂ ਸਾਡੀ ਉਮਰ ਹੁੰਦੀ ਹੈ ਸਾਲਾਂ ਦੇ ਬੱਧੀ, ਪਰ ਉਹਨਾਂ ਨੂੰ ਇੱਕ ਮਾਲਾ ਪ੍ਰਾਪਤ ਹੁੰਦੀ ਹੈ ਗਲ ਵਿੱਚ ਪਾਉਣ ਵਾਸਤੇ ਵੱਡੇ ਫੁੱਲਾਂ ਦੀ। ਉਹ ਫੁੱਲ ਇੱਕ ਇੱਕ ਕਰਕੇ ਸੁੱਕਦੇ ਜਾਂਦੇ ਨੇ। ਜਦੋਂ ਸਾਰੀ ਮਾਲਾ ਸੁੱਕ ਜਾਂਦੀ ਹੈ ਤਾਂ ਉਸ ਬੰਦੇ ਦੇ ਤਾਂ ਹੀ ਫਿਰ ਮਾਤ ਲੋਕ ਵਿੱਚ ਸੁੱਟ ਦਿੱਤਾ ਜਾਂਦਾ ਹੈ, ਟੇਢੀਆਂ ਜੂਨਾਂ 'ਚ ਪਾ ਦਿੱਤਾ ਜਾਂਦਾ ਹੈ। ਤੇ ਜਿਵੇਂ ਜਿਵੇਂ ਉਹ ਫੁੱਲ ਸੁੱਕਦੇ ਜਾਂਦੇ ਨੇ, ਉਸ ਦੇਵਤੇ ਦੇ ਅੰਦਰ ਤੜਫ ਵੱਧਦੀ ਜਾਂਦੀ ਹੈ ਕਿ ਹੈ ਮੇਰੀ ਉਮਰ ਘਟ ਗਈ, ਮੇਰੇ ਇੰਨੇ ਫੁੱਲ ਸੁੱਕ ਗਏ ਤੇ ਇੰਨੇ ਹੀ ਰਹਿ ਗਏ। ਤੇ ਇਸ ਤਰ੍ਹਾਂ ਉਹਦੇ ਅੰਦਰ ਚਿੰਤਾ ਹੀ ਰਹਿੰਦੀ ਹੈ। ਤਾਂ ਸਾਧ ਸੰਗਤ ਜਿਹੜਾ ਇਹ ਮਨੁੱਖਾ ਸਰੀਰ ਹੈ, ਇਹਦੇ ਵਿੱਚ ਹੀ ਮਨੁੱਖ ਪੁੰਨ ਕਰ ਸਕਦਾ ਹੈ, ਨਾਮ ਜਪ ਸਕਦਾ ਹੈ, ਸੇਵਾ ਕਰ ਸਕਦਾ ਹੈ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਸਾਰੇ ਪਿਛਲੇ ਜਨਮਾਂ ਦੇ ਸਤਿਗੁਰੂ ਜੀ ਕਰਮ ਖਤਮ ਕਰ ਦਿੰਦੇ ਨੇ ਔਰ ਉਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦੇ ਨੇ। ਜਿਹੜਾ ਗੁਰੂ ਦੀ ਸੇਵਾ ਕਰਦਾ, ਨਾਮ ਜਪਦਾ ਹੈ, ਗੁਰੂ ਪਾਤਸ਼ਾਹ ਕਹਿੰਦੇ ਇਸ ਦੇਹੀ ਕੋ ਸਿਮਰਹਿ ਦੇਵ। ਇਸ ਦੇਹੀ ਦੇ ਤਾਈਂ ਤਾਂ ਭਾਈ ਜਿਹੜੇ ਦੇਵਤੇ ਹਨ ਉਹ ਵੀ ਚਾਹੁੰਦੇ ਨੇ ਕਿ ਸਾਨੂੰ ਪ੍ਰਾਪਤ ਹੋ ਜਾਵੇ। ਸੋ ਇਹ ਜਿਹੜੀ ਮਨੁੱਖਾ ਸਰੀਰ ਹੈ ਨਾ, ਦੇਹੀ ਹੈ, ਇਸ ਵਿੱਚ ਤੂੰ ਭਾਈ ਹਰ ਕੀ ਸੇਵ, ਹਰੀ ਦੀ ਸੇਵਾ ਕਰਿਆ ਕਰ ਤੇ ਵਾਹਿਗੁਰੂ ਦਾ ਭਜਨ ਕਰਿਆ ਕਰ। ਐ ਨਾ ਵਿਹਲਾ ਬਹਿ ਕਰਕੇ ਸਮਾਂ ਗਵਾ ਦਿਆ ਕਰ ਕਿ ਚਲੋ ਅਗਲੀ ਵਾਰ ਨੂੰ ਮਨੁੱਖ ਫੇਰ ਬਣ ਜਾਵਾਂਗੇ।
ਅਗਲੀ ਵਾਰ ਨੂੰ ਨਾਮ ਜਪ ਲਾਂਗੇ। ਕਰਮਾਂ ਨੇ ਪਤਾ ਨਹੀਂ ਕਿਹੜੇ ਪਾਸੇ ਧੱਕਾ ਦੇ ਦੇਣਾ ਹੈ ਤੇ ਪਤਾ ਹੀ ਨਹੀਂ ਕਿੰਨੇ ਜਨਮ ਫੇਰ ਹੋਰ ਭਟਕਦਿਆਂ ਬਤੀਤ ਹੋ ਜਾਣਗੇ। ਆ ਜਿਹੜਾ ਤੈਨੂੰ ਸਮਾਂ ਮਿਲਿਆ ਨਾ, ਸਤਿਗੁਰੂ ਮਹਾਰਾਜ ਕਹਿੰਦੇ ਹੁਣੇ ਹੀ ਹੈ, ਹੁਣੇ ਉਸ ਪਰਮਾਤਮਾ ਨੂੰ ਜਪ। ਸੋ ਦੇਹੀ ਭਜ ਹਰ ਕੀ ਸੇਵ। ਉਹ ਜਿਹੜੀ ਇਹ ਮਨੁੱਖਾ ਸਰੀਰ ਹੈ ਨਾ, ਪ੍ਰਭੂ ਪਰਮਾਤਮਾ ਦੇ ਭਜਨ ਵਾਸਤੇ ਤੇ ਹਰੀ ਦੀ ਸੇਵਾ ਵਾਸਤੇ ਲਾਉਣਾ ਕਰ। ਭਜੋ ਗੋਬਿੰਦ ਭੂਲ ਮਤ ਜਾਹੋ। ਪਰਮਾਤਮਾ ਦਾ ਭਜਨ ਕਰ, ਨਾਮ ਜਪਣਾ ਕਰ। ਭੂਲ ਮਤ ਜਾਹੋ, ਇਹ ਗੱਲ ਮਤਾ ਭੁੱਲ ਕਿ ਮੈਨੂੰ ਨਾਮ ਜਪਣ ਦੀ ਕੋਈ ਜ਼ਰੂਰਤ ਨਹੀਂ, ਮੈਂ ਕਿਹੜਾ ਕੋਈ ਪਾਪ ਕੀਤਾ। ਇਹ ਸਵਾਲ ਹੁੰਦੇ ਨੇ ਵੀ ਮੈਂ ਕਿਹੜਾ ਕੋਈ ਔਗਣ ਕੀਤਾ। ਤਾਂ ਪਹਿਲਾਂ ਤੂੰ ਕਿਹੜਾ ਬਹੁਤ ਸਾਫ਼ ਹੈ ਭਾਈ। ਜੇ ਤਾਂ ਸਾਫ਼ ਹੋਵੇ ਤਾਂ ਪਰਮਾਤਮਾ ਹੀ ਹੋ ਜਾਏ। ਜਿਹੜਾ ਇਹ ਸਾਧ ਸੰਗਤ ਵਿਛੋੜਾ ਹੈ ਨਾ ਪਰਮਾਤਮਾ ਨਾਲੋਂ, ਇਹੀ ਜੀਵ ਦਾ ਦੁੱਖ ਦਾ ਕਾਰਨ ਹੈ। ਔਰ ਪਰਮਾਤਮਾ ਨਾਲ ਮਿਲਿਆ ਹੀ ਸੁੱਖ ਹੋ ਸਕਦਾ ਹੈ। ਇਸ ਲਈ ਮਹਾਰਾਜ ਕਹਿੰਦੇ ਭਾਈ ਉਸ ਗੋਬਿੰਦ ਪਰਮਾਤਮਾ ਨੂੰ ਭਜਨਾ ਕਰ, ਉਹਦੀ ਯਾਦ ਵਿੱਚ ਜੁੜ, ਭੂਲ ਮਤ ਜਾਹੋ। ਇਸ ਗੱਲ ਨੂੰ ਮਤਾ ਭੁੱਲ, ਵਿਸਾਰਨਾ ਨਾ ਕਰ। ਮਾਨਸ ਜਨਮ ਕਾ ਇਹੀ ਲਾਹੋ। ਇਸ ਮਨੁੱਖਾ ਸਰੀਰ ਦਾ ਤਾਂ ਇਹੀ ਲਾਭ ਹੈ, ਇਹੀ ਤੈਨੂੰ ਇੱਕ ਫਾਇਦਾ ਮਿਲਣਾ ਹੈ। ਸੰਸਾਰ ਵਿੱਚ ਆ ਕੇ ਜੇ ਤੂੰ ਨਾਮ ਜਪੇਗਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਜਿੱਥੇ ਸਤਿਗੁਰੂ ਕਹਿੰਦੇ ਗੱਗਾ ਗੋਬਿੰਦ ਗੁਣ ਰਵਹੋ, ਸਾਸ ਸਾਸ ਜਪ ਨੀਤ, ਕਹਾ ਬਿਸਾਸਾ ਦੇਹ ਕਾ ਬਿਲਮ ਨਾ ਕਰੋ ਮੀਤ। ਨਹਿ ਬਾਰਕ ਨਹਿ ਜੋਬਣੈ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਮਹਾਰਾਜ ਕਹਿੰਦੇ ਸਵਾਸ ਸਵਾਸ ਉਸ ਪਰਮਾਤਮਾ ਦੇ ਭਜਨ ਨੂੰ ਕਰਿਆ ਕਰ। ਇਸ ਸਰੀਰ ਦਾ ਕੋਈ ਭਰੋਸਾ ਨਹੀਂ ਹੈ, ਕਦੋਂ ਸਰੀਰ ਨੇ ਜਵਾਬ ਦੇ ਦੇਣਾ। ਅਸੀਂ ਦੇਖਦੇ ਹੀ ਹਾਂ ਸਾਧ ਸੰਗਤ, ਅੱਖਾਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਹੈ, ਫਿਰ ਵੀ ਮਨੁੱਖ ਆਪਣੀ ਮੱਤ ਤੇ ਪਰਦੇ ਪਾ ਲੈਂਦਾ, ਭੁਲਾ ਦਿੰਦਾ ਇਸ ਗੱਲ ਨੂੰ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਕਿਉਂ ਨਹੀਂ ਡੂੰਘੀ ਸੋਚ ਸੋਚਦਾ, ਕਿਉਂ ਨਹੀਂ ਚੇਤੇ ਕਰਦਾ ਕਿ ਮੇਰੇ ਨਾਲ ਹੀ ਇੱਕ ਨਾਮ ਨੇ ਜਾ ਕੇ ਨਿਭਣਾ ਹੈ। ਨਹਿ ਬਾਰਕ ਨਹਿ ਜੋਬਣੈ ਨਹਿ ਬਿਰਦੀ ਕਛ ਬੰਦ। ਨਾ ਹੀ ਬਾਲਕ ਅਵਸਥਾ ਵਿੱਚ, ਨਾ ਹੀ ਜੋਬਣ ਤੇ ਨਾ ਹੀ ਬਿਰਧ ਅਵਸਥਾ ਵਿੱਚ। ਮਹਾਰਾਜ ਕਹਿੰਦੇ ਉਹ ਬੇਰਾ ਨਹਿ ਬੂਝੀਐ, ਉਹ ਸਮਾਂ ਕਿਹੜਾ ਹੈ ਇਸ ਨੂੰ ਕੋਈ ਨਹੀਂ ਜਾਣਦਾ, ਜੋ ਆਏ ਪਰੈ ਜਮ ਫੰਦ। ਜਦੋਂ ਜੀਵ ਦੇ ਤਾਈਂ ਆ ਕਰਕੇ ਜਮਾਂ ਦੀ ਫਾਹੀ ਲੱਗ ਜਾਂਦੀ ਹੈ। ਤਾਂ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ ਭਾਈ ਮਤਾ ਭੁੱਲਣਾ ਕਰ, ਵਿਸਾਰਨਾ ਨਾ ਕਰ। ਭਜੋ ਗੋਬਿੰਦ, ਗੋਬਿੰਦ ਪਰਮਾਤਮਾ ਦੀ ਯਾਦ ਵਿੱਚ ਜੁੜ। ਦੇਖੋ ਸਾਨੂੰ ਸਿੱਖਾਂ ਨੂੰ ਸਤਿਗੁਰਾਂ ਨੇ ਕਿੰਨਾ ਸੌਖਾ ਹੀ ਰਸਤਾ, ਸੌਖਾ ਹੀ ਕਰ ਦਿੱਤਾ ਸਾਧ ਸੰਗਤ। ਵੀ ਤੂੰ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਪਾਠ ਕਰ ਲੈ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਿਆ ਕਰ, ਸੌਣ ਲੱਗੇ ਕੀਰਤਨ ਸੋਹਿਲਾ ਸਾਹਿਬ ਪੜ੍ਹਿਆ ਕਰ। ਅੰਮ੍ਰਿਤਧਾਰੀ ਹੋ ਕਰਕੇ ਰਹਿਤ ਰੱਖ, ਕੁਰਹਿਤਾਂ ਦਾ ਤਿਆਗ ਕਰ। ਤੇ ਸਤਿਗੁਰੂ ਕਹਿੰਦੇ ਸਾਰੀਆਂ ਹੀ ਜ਼ਿੰਮੇਵਾਰੀਆਂ ਮੈਂ ਚੱਕ ਲੂੰ। ਹੁਣ ਜਿਹੜੇ ਤਾਂ ਅੰਮ੍ਰਿਤਧਾਰੀ ਹੋ ਜਾਂਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੱਕ ਲੈਂਦੇ ਨੇ। ਫਿਰ ਜੀਵਨ ਵੀ ਬਣਾਉਣਾ ਪੈਂਦਾ ਹੈ, ਕੁਰਹਿਤਾਂ ਛੱਡ ਕੇ ਰਹਿਤ ਰੱਖਣੀ ਪੈਂਦੀ ਹੈ, ਮਰਿਆਦਾ ਅਨੁਸਾਰ ਚੱਲਣਾ ਪੈਂਦਾ ਹੈ। ਤਾਂ ਕਿੰਨਾ ਕੁ ਸਮਾਂ ਹੈ ਮਨੁੱਖ 50 60 ਸਾਲ 70 80 ਸਾਲ ਹੀ ਦੁਨੀਆ 'ਚ ਜਿਉਂਦਾ ਹੈ ਨਾ। ਤੇ ਜੇ ਇੰਨੇ ਸਮੇਂ ਵਿੱਚ ਕੁਝ ਲਾਹਾ ਲੈ ਲਈਏ ਤਾਂ ਸਾਰੇ ਜਨਮਾਂ ਜਨਮਾਂ ਦੇ ਫਾਹੀਆਂ ਕੱਟੀਆਂ ਜਾਣਗੀਆਂ। ਉਹ ਪਿਛਲੇ ਜਿੰਨੇ ਵੀ ਜਨਮ ਨੇ, ਭਾਵੇਂ ਕਿੰਨੇ ਵੀ ਭੈੜੇ ਹੋਣ, ਕਰਮ ਕੀਤੇ ਹੋਏ ਹੋਣ, ਸਾਰੇ ਹੀ ਬਖਸ਼ੇ ਜਾਣਗੇ ਜੇ ਬਸ ਇੱਕ ਜਨਮ ਵਿੱਚ ਤੂੰ ਲਾਹਾ ਲੈ ਲਵੇਂ। ਪਰ ਇਹ ਮਨ ਐਸਾ ਭੁੱਲਿਆ ਮਾਇਆ ਵਿੱਚ ਲੱਗਿਆ ਹੈ, ਵਿਕਾਰਾਂ ਨੂੰ ਭੋਗਦਾ ਕਿ ਸੋਚਦਾ ਵੀ ਅਜੇ ਕਿਹੜਾ ਲੋੜ ਹੈ, ਬੜੀ ਉਮਰ ਪਈ ਹੈ। ਇਸ ਤਰ੍ਹਾਂ ਕਹਿੰਦਿਆਂ ਕਹਿੰਦਿਆਂ ਸਾਰਾ ਸਮਾਂ ਲੰਘਾ ਦਿੰਦਾ ਜੀਵ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੂੰ ਪਰਮਾਤਮਾ ਨੂੰ ਚੇਤੇ ਕਰਨਾ ਕਰ, ਉਹਦੀ ਯਾਦ ਵਿੱਚ ਜੁੜਨਾ ਕਰ। ਮਾਨਸ ਜਨਮ ਕਾ ਇਹੀ ਲਾਹੋ, ਇਸ ਮਨੁੱਖਾ ਸਰੀਰ ਦਾ ਤਾਂ ਭਾਈ ਇਹੀ ਲਾਭ ਹੈ।
ਤੈਨੂੰ ਲਾਹਾ ਮਿਲਣਾ ਹੈ। ਨਿਰਭਉ ਜਬ ਲਗ ਜਰਾ ਰੋਗ ਨਹੀਂ ਆਇਆ। ਭਗਤ ਜੀ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿੰਨਾ ਸਮਾਂ ਤੇਰੇ ਤੇ ਵਡੇਪੇ ਦਾ ਰੋਗ ਨਹੀਂ ਆ ਜਾਂਦਾ। ਜਰਾ ਨਾਮ ਹੁੰਦਾ ਹੈ ਵਡੇਪੇ ਦਾ। ਹੁਣ ਵਡੇਪੇ ਦੇ ਵਿੱਚ ਮਹਾਰਾਜ ਕਹਿੰਦੇ ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ। ਸਿਰ ਕੰਬਦਾ ਹੈ, ਨੇਤਰਾਂ ਵਿੱਚ ਧੁੰਦਲਾਪਣ ਆ ਜਾਂਦਾ ਹੈ, ਪੈਰ ਵੀ ਕੰਬਦੇ ਨੇ, ਹੱਥ ਵੀ ਕੰਬਦੇ ਨੇ। ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਧ ਪਈ ਤਉ ਨਾ ਹਰ ਰਸ ਲੀਨ। ਪਰ ਇਹ ਹਾਲਤ ਹੋ ਜਾਂਦੀ ਹੈ, ਫਿਰ ਵੀ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਆਪਣਾ ਅੱਗਾ ਨਹੀਂ ਦੇਖਦਾ, ਸਗੋਂ ਦੁਨੀਆ ਨਾਲ ਹੀ ਮੋਹ ਲਾ ਕਰਕੇ ਪੁੱਤਰਾਂ ਧੀਆਂ ਦੇ ਬਾਰੇ ਸੋਚੀ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ। ਜਿੰਨਾ ਸਮਾਂ ਤੇਰੇ ਤੇ ਵਡੇਪਾ ਨਹੀਂ ਆਉਂਦਾ, ਉਹਨਾਂ ਸਮਾਂ ਭਾਈ ਪਰਮਾਤਮਾ ਦਾ ਨਾਮ ਜਪ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਿੰਨਾ ਸਮਾਂ ਤੇਰੇ ਇਸ ਸਰੀਰ ਦੇ ਤਾਈਂ, ਕਾਇਆ ਦੇ ਤਾਈਂ ਕਾਲ ਨੇ ਆ ਕੇ ਫੜ ਨਹੀਂ ਲਿਆ, ਤੈਨੂੰ ਮੌਤ ਦਬੋਚ ਨਹੀਂ ਲੈਂਦੀ, ਤੇਰਾ ਉਹ ਸਮਾਂ ਨਹੀਂ ਆ ਜਾਂਦਾ ਕਿ ਦੁਨੀਆ ਤੋਂ ਜਾਣਾ ਪਵੇ, ਉਹਨਾਂ ਸਮਾਂ ਤੂੰ ਨਾਮ ਜਪ। ਜਬ ਲਗ ਵਿਕਲ ਭਈ ਨਹੀਂ ਬਾਣੀ। ਜਿੰਨਾ ਸਮਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੇਰੀ ਜਿਹੜੀ ਆ ਜ਼ੁਬਾਨ ਹੈ ਰੁਕ ਨਹੀਂ ਜਾਂਦੀ, ਥੱਕ ਨਹੀਂ ਜਾਂਦੀ, ਵਿਕਲ ਨਹੀਂ ਹੋ ਜਾਂਦੀ, ਘਰਾੜੇ ਨਹੀਂ ਵੱਜਣ ਲੱਗ ਜਾਂਦੇ। ਜਿਵੇਂ ਸਾਧ ਸੰਗਤ ਵਡੇਪੇ ਦੇ ਵਿੱਚ ਮਨੁੱਖ ਦੇ ਗਲੇ ਵਿੱਚ ਬਲਗਮ ਆਉਣ ਲੱਗ ਜਾਂਦੀ ਹੈ ਤੇ ਸਹੀ ਤਰ੍ਹਾਂ ਦੇ ਨਾਲ ਬੋਲਿਆ ਨਹੀਂ ਜਾਂਦਾ। ਭਗਤ ਜੀ ਕਹਿੰਦੇ ਜਿੰਨਾ ਸਮਾਂ ਤੂੰ ਵਿਕਲ ਨਹੀਂ ਹੋ ਜਾਂਦਾ, ਜ਼ੁਬਾਨ ਰੁਕਣ ਨਹੀਂ ਜਾਂਦੀ, ਥੱਕ ਨਹੀਂ ਜਾਂਦਾ, ਉਹਨਾਂ ਸਮਾਂ ਪਰਮਾਤਮਾ ਦਾ ਨਾਮ ਜਪ। ਹੇ ਮੇਰੇ ਮਨ, ਉਹਨਾਂ ਸਮਾਂ ਤੂੰ ਸਾਰੰਗ ਪਾਣੀ, ਜੋ ਵਾਹਿਗੁਰੂ ਸਾਰੰਗ ਨਾਮ ਹੁੰਦਾ ਹੈ ਧਨੁਖ ਦਾ, ਪਾਣੀ ਕਹਿੰਦੇ ਨੇ ਧਾਰਨ ਕਰਨ ਵਾਲਾ, ਜੋ ਪ੍ਰਮਾਤਮਾ ਸਾਰੰਗ ਪਾਣੀ ਧਨੁਖ ਨੂੰ ਧਾਰਨ ਕਰਨ ਵਾਲਾ ਹੈ। ਸਾਰੰਗ ਨਾਮ ਸਾਧ ਸੰਗਤ ਸਵੰਤੀ ਬੂੰਦ ਦਾ ਵੀ ਹੁੰਦਾ ਹੈ। ਜਿਵੇਂ ਬੰਬੀਹਾ ਸਵੰਤੀ ਬੂੰਦ ਦੇ ਨਾਲ ਤ੍ਰਿਪਤ ਹੁੰਦਾ ਹੈ ਨਾ, ਇਸ ਤਰ੍ਹਾਂ ਜਿਹੜੇ ਸਿੱਖ ਨੇ ਉਹ ਸਾਧ ਸੰਗਤ ਬੰਬੀਹੇ ਦੀ ਤਰ੍ਹਾਂ ਹਨ ਤੇ ਵਾਹਿਗੁਰੂ ਦਾ ਨਾਮ ਸਵੰਤੀ ਬੂੰਦ ਹੈ। ਵਾਹਿਗੁਰੂ ਨੇ ਧਾਰਨ ਕੀਤੀ ਹੋਈ ਹੈ ਨਾਮ ਰੂਪ ਸਵੰਤੀ ਬੂੰਦ। ਤਾਂ ਮਹਾਰਾਜ ਕਹਿੰਦੇ ਸਾਰੰਗ ਪਾਣੀ ਉਸ ਪਰਮਾਤਮਾ ਦੇ ਤਾਈਂ ਹੇ ਮਨ ਭਜ ਲੇਹੇ, ਯਾਦ ਕਰਿਆ ਕਰ। ਜੇ ਭਾਈ ਤੂੰ ਹੁਣ ਵੀ ਨਹੀਂ ਯਾਦ ਕਰਦਾ, ਭਜਸ ਕਬ ਭਾਈ, ਫਿਰ ਕਦੋਂ ਯਾਦ ਕਰੇਗਾ? ਕਦੋਂ ਸਮਾਂ ਆਵੇਗਾ? ਕੱਲ ਨਹੀਂ ਆਉਣੀ, ਕੱਲ ਤਾਂ ਸਗੋਂ ਅੱਗੇ ਹੀ ਰਹਿੰਦੀ ਹੈ, ਅੱਜ ਹੀ ਜਪਣਾ ਪੈਣਾ। ਕਬੀਰ ਆਜ ਕਰੰਤਾ ਸੋ ਅਬਹਿ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਕਹਿੰਦੇ ਜੇ ਤੂੰ ਸੋਚਦਾ ਹੈ ਨਾ ਮੈਂ ਕੱਲ ਨੂੰ ਕਰੂੰਗਾ, ਕਹਿੰਦੇ ਉਹ ਕੰਮ ਅੱਜ ਕਰ ਲੈ, ਤੇ ਜਿਹੜਾ ਸੋਚਿਆ ਵੀ ਅੱਜ ਇਹ ਕੰਮ ਕਰ ਲੈਣਾ ਉਹ ਹੁਣੇ ਹੀ ਕਰ ਲੈ। ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਪਿੱਛੋਂ ਕੁਝ ਨਹੀਂ ਬਣਨਾ ਜਦੋਂ ਸਿਰ ਤੇ ਆ ਕੇ ਕਾਲ ਮੌਤ ਖੜੀ ਹੋ ਗਈ। ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ ਨੇ ਭਾਈ ਜੇ ਹੁਣ ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਫਿਰ ਕਿਸੇ ਹੋਰ ਜੂਨ ਵਿੱਚ ਥਾਂ ਨਹੀਂ ਮਿਲਣੀ, ਸਮਾਂ ਨਹੀਂ ਮਿਲਣਾ, ਉੱਥੇ ਸੁਰਤ ਨਹੀਂ ਮਿਲਣੀ। ਹੁਣ ਤਾਂ ਸਾਨੂੰ ਪਤਾ ਹੈ ਨਾ ਕਿ ਅਸੀਂ ਸਾਧ ਸੰਗਤ ਜਾਵਾਂਗੇ, ਉੱਥੇ ਨਾਮ ਦੀ ਗੱਲ ਹੁੰਦੀ ਹੈ। ਅੰਮ੍ਰਿਤ ਵੇਲੇ ਉੱਠਾਂਗੇ ਬਾਣੀ ਪੜ੍ਹ ਸਕਦੇ ਹਾਂ, ਜੇ ਅੰਮ੍ਰਿਤਧਾਰੀ ਹੋ ਜਾਈਏ ਗੁਰੂ ਵਾਲੇ ਬਣ ਸਕਦੇ ਹਾਂ, ਕੁਰੈਤਾਂ ਤਿਆਗ ਦਈਏ ਤੇ ਨਿਗੁਰੇ ਪੁਣੇ ਦੀ ਜਿਹੜੀ ਜੂਠ ਲੱਗੀ ਹੋਈ ਹੈ ਸਾਡੇ ਮਨ ਨੂੰ ਉਹ ਲੈ ਸਕਦੀ ਹੈ ਜੇ ਅਸੀਂ ਅੰਮ੍ਰਿਤਧਾਰੀ ਗੁਰਸਿੱਖ ਬਣ ਜਾਈਏ। ਤਾਂ ਇਹੀ ਹੈ ਨਾ, ਸਤਿਗੁਰੂ ਜੀ ਨੇ ਕਿੰਨਾ ਸਾਨੂੰ ਸਮਝਾਇਆ, ਬਾਣੀ ਵਿੱਚ ਸਮਝਾਇਆ, ਮਹਾਂਪੁਰਖਾਂ ਗੁਰਮੁਖਾਂ ਨੇ ਕਿੰਨਾ ਸਮਝਾਇਆ। ਪਰ ਮਹਾਰਾਜ ਕਹਿੰਦੇ ਜੇ ਤੂੰ ਅਜੇ ਵੀ ਨਹੀਂ ਚੇਤੇ ਕਰਦਾ, ਅਬ ਨਾ ਭਜਸ, ਭਜਸ ਨਾਮ ਹੈ ਚੇਤੇ ਕਰਨ ਦਾ, ਭਜਸ ਕਬ ਭਾਈ, ਤਾਂ ਫਿਰ ਭਾਈ ਤੂੰ ਦੱਸ ਕਦੋਂ ਚੇਤੇ ਕਰੇਗਾ? ਜਦੋਂ ਅੰਤ ਦਾ ਸਮਾਂ ਆ ਗਿਆ ਨਾ, ਉਦੋਂ ਚੇਤੇ ਨਹੀਂ ਕੀਤਾ ਜਾਣਾ,
ਅਮਲ ਸਰਾਨੋ ਲੇਖਾ ਦੇਨਾ, ਆਏ ਦੂਤ ਕਠਨ ਜਮ ਲੈਨਾ। ਕਿਆ ਤੈ ਖਟਿਆ ਕਹਾ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਚਰ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਕਹਿੰਦੇ ਜਿਹੜੇ ਤੂੰ ਕੰਮ ਕੀਤੇ ਦੁਨੀਆ ਵਿੱਚ, ਕਿਤੇ ਬੈਠ ਕੇ ਕਿਸੇ ਦੀ ਨਿੰਦਿਆ ਕਰ ਦਿੱਤੀ, ਕਿਤੇ ਵਿਅਰਥ ਗੱਲਾਂ ਕੀਤੀਆਂ, ਚੁਗਲੀਆਂ ਕੀਤੀਆਂ, ਝੂਠ ਬੋਲਿਆ, ਬੇਈਮਾਨੀ, ਕਪਟ, ਛਲ, ਚੰਗਾ ਮੰਦਾ ਆਪਣਾ ਆਪੇ ਹੀ ਕੀਤਾ ਪਾਵਣਾ, ਤਾਂ ਫਿਰ ਉਦੋਂ ਚੇਤੇ ਨਹੀਂ ਹੋਣਾ ਪਰਮਾਤਮਾ ਦਾ ਨਾਮ। ਉਹਨਾਂ ਨੇ ਕਹਿਣਾ ਭਾਈ ਚੱਲ ਹੁਣ ਗੰਢ ਬੰਨ੍ਹ ਲੈ, ਜਿਹੜਾ ਕੁਝ ਕਰ ਲਿਆ ਬਸ ਠੀਕ ਹੈ, ਹੁਣ ਤੁਰ ਸਾਡੇ ਨਾਲ। ਜਿਵੇਂ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ, ਕਿਸੇ ਘਰ ਨੂੰ ਅੱਗ ਲੱਗ ਜਾਵੇ, ਕਹਿੰਦੇ ਜੇ ਤਾਂ ਪਹਿਲਾਂ ਪਾਣੀ ਦਾ ਪ੍ਰਬੰਧ ਹੋਵੇ, ਘਰੇ ਖੂਹ ਪੱਟਿਆ ਹੋਵੇ, ਕਹਿ ਲਈਏ ਘਰੇ ਬੋਰ ਕੀਤਾ ਹੋਵੇ, ਤਾਂ ਉਸੇ ਸਮੇਂ ਅੱਗ ਬੁਝਾਈ ਜਾ ਸਕਦੀ ਹੈ। ਤੇ ਜੇ ਕੋਈ ਮੂਰਖ ਸੋਚੇ ਵੀ ਪਹਿਲਾਂ ਮੈਂ ਖੂਹ ਪੱਟਾਂ, ਪਹਿਲਾਂ ਮੈਂ ਬੋਰ ਕਰਾਂ ਤੇ ਫਿਰ ਪਾਣੀ ਨਾਲ ਅੱਗ ਬੁਝਾ ਲਵਾਂਗਾ, ਜਿੰਨੇ ਸਮੇਂ 'ਚ ਖੂਹ ਪੱਟੇਗਾ ਉਦੋਂ ਨੂੰ ਉਹ ਅੱਗ ਨੇ ਸਭ ਕੁਝ ਸਾੜ ਦੇਣਾ। ਇਸ ਲਈ ਪਹਿਲਾਂ ਭਾਈ ਖੂਹ ਪੱਟਿਆ ਹੋਣਾ ਚਾਹੀਦਾ, ਫਿਰ ਉਹ ਪਾਣੀ ਕੱਢ ਕੇ ਅੱਗ ਬੁਝਾ ਸਕਦਾ, ਕੰਮ ਆ ਸਕਦਾ ਪਾਣੀ ਉਹਦੇ। ਜੇ ਕਿਤੇ ਜੰਗ ਲੱਗ ਜਾਵੇ ਤੇ ਸ਼ਾਸਤਰ ਵਿਦਿਆ ਸਿੱਖੀ ਹੋਵੇ ਤਾਂ ਉਹ ਸ਼ਾਸਤਰ ਵਿਦਿਆ ਕੰਮ ਆ ਜਾਵੇਗੀ। ਜਿਹੜੇ ਹੁਣ ਫੌਜੀ ਹੁੰਦੇ ਨੇ, ਸਰਹੱਦਾਂ ਤੇ ਬੈਠੇ ਨੇ, ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ, ਵੀ ਕਿਤੇ ਕੋਈ ਸਮਾਂ ਬਣ ਜੇ ਤਿਆਰ ਬਰ ਤਿਆਰ ਰਹੋ। ਪਰ ਜੇ ਕੋਈ ਬੰਦਾ ਕਹੇ ਮੈਂ ਹੁਣ ਸਿੱਖ ਲਾਂ, ਬੰਦੂਕ ਚਲਾਉਣੀ ਸਿੱਖ ਲਾਂ, ਕੋਈ ਕਿਰਪਾਨ ਚਲਾਉਣੀ, ਤੀਰ ਕਮਾਨ ਚਲਾਉਣਾ ਸਿੱਖ ਲਾਂ, ਤੇ ਦੁਸ਼ਮਣ ਸਿਰ ਤੇ ਖੜਾ ਹੋਵੇ, ਫਿਰ ਕੀ, ਕੁਝ ਵੀ ਨਹੀਂ ਸਰੇਗਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਬੰਦਿਆ ਪਹਿਲਾਂ ਨਾਮ ਜਪ ਲੈ, ਸਤ ਸੰਗਤ ਕਰ ਲੈ, ਗੁਰੂ ਵਾਲਾ ਬਣ ਜਾ, ਸਮੇਂ ਤੇ ਨਹੀਂ ਕੁਝ ਹੋਣਾ ਭਾਈ। ਜਦੋਂ ਸਿਰ ਤੇ ਆ ਕੇ ਕਾਲ ਖੜ ਗਿਆ ਨਾ, ਉਦੋਂ ਤੇਰੇ ਕੋਲ ਕੁਝ ਨਹੀਂ ਹੋਣਾ, ਉਹਨੇ ਉਸੇ ਤਰ੍ਹਾਂ ਹੀ ਫੜ ਕੇ ਲੈ ਜਾਣਾ ਹੈ। ਸਤਿਗੁਰੂ ਸਾਨੂੰ ਪਹਿਲਾਂ ਤਿਆਰੀ ਕਰਨ ਵਾਸਤੇ ਕਹਿੰਦੇ ਨੇ, ਤੂੰ ਮੌਤ ਨੂੰ ਸਮਝ, ਗੁਰੂ ਨਾਲ ਜੁੜ, ਕੁਕਰਮ ਛੱਡ, ਵਿਕਾਰ ਛੱਡ, ਔਗਣਾਂ ਨੂੰ ਛੱਡ। ਤੂੰ ਇੱਥੇ ਧਨ ਨਾਲ ਪ੍ਰੇਮ ਲਾਈ ਬੈਠਾ, ਪਰਮਾਤਮਾ ਨਾਲ ਪ੍ਰੇਮ ਲਾ ਭਾਈ, ਜਿਹਨੇ ਤੈਨੂੰ ਦੁਨੀਆ 'ਚ ਭੇਜਿਆ, ਪਰਿਵਾਰ ਦਿੱਤਾ, ਮਾਂ ਪਿਓ ਦਿੱਤੇ ਨੇ, ਪੁੱਤਰ ਧੀਆਂ, ਜਾਇਦਾਦ ਬਖਸ਼ੀ ਹੈ, ਉਹਨੂੰ ਚੇਤੇ ਕਰਿਆ ਕਰ। ਉਹਨੂੰ ਚੇਤੇ ਕਰੇਗਾ, ਉਹ ਅੰਤ ਦੇ ਸਮੇਂ ਤੇਰੀ ਰੱਖਿਆ ਕਰੇਗਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਆਵੈ ਅੰਤ ਨਾ ਭਜਿਆ ਜਾਈ, ਜੇ ਅੰਤ ਦਾ ਸਮਾਂ ਆ ਗਿਆ ਨਾ ਤੇ ਉਦੋਂ ਨਹੀਂ ਚੇਤੇ ਕੀਤਾ ਜਾਣਾ। ਜੋ ਕੁਛ ਕਰੇ ਸੋਈ ਅਨੁਸਾਰ, ਜੋ ਤੂੰ ਕਰੇਗਾ ਨਾ ਹੁਣ, ਉਹੀ ਸਤਿਗੁਰੂ ਕਹਿੰਦੇ ਸਾਰ ਸ੍ਰੇਸ਼ਟ ਹੈ। ਵੀ ਜਿਹੜਾ ਤੂੰ ਹੁਣ ਨਾਮ ਜਪੇਗਾ, ਹੁਣ ਅਸੀਂ ਸਤ ਸੰਗਤ 'ਚ ਬੈਠੇ ਹਾਂ, ਗੁਰਬਾਣੀ ਸੁਣਦੇ ਹਾਂ, ਇਹ ਸਾਨੂੰ ਅੱਗੇ ਲਾਭ ਦੇਵੇਗਾ ਜੇ ਹੁਣ ਚੇਤੇ ਕਰ ਲਵੇਂ। ਜਿਵੇਂ ਭਗਤ ਕਬੀਰ ਜੀ ਨੇ ਸਾਧ ਸੰਗਤ ਸਲੋਕਾਂ ਵਿੱਚ ਬੜਾ ਸਾਨੂੰ ਸਮਝਾਇਆ। ਭਗਤ ਕਬੀਰ ਜੀ ਕਹਿੰਦੇ, ਕਬੀਰ ਕੀਚੜ ਆਟਾ ਗਿਰ ਪਰਿਓ, ਕਛੂ ਨਾ ਆਇਆ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਕਹਿੰਦੇ ਇੱਕ ਮਾਈ ਕਿਸੇ ਦੇ ਘਰ ਕੁਝ ਦਾਣੇ ਪੀਣ ਵਾਸਤੇ ਚਲੀ ਗਈ, ਉਹਨੇ ਸਿਰ ਤੇ ਉਹ ਕਟੋਰਾ ਰੱਖਿਆ ਹੋਇਆ ਸੀ ਤੇ ਚਲੀ ਗਈ ਵਿਚਾਰੀ, ਉੱਥੇ ਦਾਣੇ ਪੀ ਰਹੀ ਹੈ। ਦਾਣੇ ਪੀਂਦਿਆਂ ਕੁਝ ਕੁ ਫੱਕਾ ਮਾਰ ਲਿਆ, ਦਾਣਿਆਂ ਦਾ ਫੱਕਾ ਮਾਰ ਲਿਆ, ਜਿਵੇਂ ਸਾਡੀ ਆਦਤ ਹੁੰਦੀ ਹੈ ਨਾ। ਤੇ ਉਹ ਮਾਈ ਨੇ ਕੁਝ ਕੁ ਦਾਣੇ ਖਾ ਲਏ ਤੇ ਬਾਕੀ ਆਟਾ ਪੀ ਕੇ ਵਾਪਸ ਆ ਰਹੀ ਸੀ। ਸਾਧ ਸੰਗਤ ਮੀਂਹ ਪੈਣ ਕਰਕੇ ਰਸਤੇ 'ਚ ਚਿੱਕੜ ਸੀ, ਮਾਈ ਤਿਲਕ ਗਈ ਤੇ ਚਿੱਕੜ 'ਚ ਆਟਾ ਸਾਰਾ ਹੀ ਡਿੱਗ ਪਿਆ। ਭਗਤ ਕਬੀਰ ਜੀ ਨੂੰ ਸਾਰੀ ਗੱਲ ਕਿਸੇ ਨੇ ਦੱਸੀ। ਭਗਤ ਜੀ ਕਹਿੰਦੇ ਸੱਚੀ ਮਨੁੱਖ ਦੇ ਨਾਲ ਵੀ ਇਹੀ ਹੁੰਦਾ ਹੈ। ਸਾਨੂੰ ਕਿਸੇ ਨੇ ਸੱਦਾ ਦਿੱਤਾ, ਭਾਈ ਸਾਡੇ ਘਰੇ ਪ੍ਰੋਗਰਾਮ ਹੈ, ਤੁਸੀਂ ਆਇਓ। ਅਸੀਂ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਬਾਣੀ ਸੁਣਦੇ ਹਾਂ, ਕੀਰਤਨ ਸੁਣਦੇ ਹਾਂ। ਕਈ ਤਾਂ ਵਿਚਾਰੇ ਭੱਜੇ ਭੱਜੇ ਜਾਂਦੇ ਨੇ, ਮੱਥਾ ਟੇਕ ਕੇ ਛੇਤੀ ਮੁੜੇ ਆਉਂਦੇ ਨੇ
ਕਿਤੇ ਕੰਨਾਂ 'ਚ ਕੁਝ ਪੈ ਨਾ ਜਾਵੇ। ਤਾਂ ਉੱਥੇ ਬੈਠਿਆ ਕਰੋ। ਪਰਮਾਤਮਾ ਨੇ ਤੁਹਾਨੂੰ ਬਹਾਨੇ ਨਾਲ ਸਮਾਂ ਦਿੱਤਾ ਹੈ। ਅਸੀਂ ਕਿੰਨੇ ਕਾਰ ਵਿਹਾਰਾਂ 'ਚ ਰੁੱਝੇ ਰਹਿੰਦੇ ਹਾਂ। ਕਿਤੇ ਗਏ ਹਾਂ, ਉੱਥੇ ਜੁੜ ਕੇ ਬੈਠੋ, ਸੁਣੋ ਔਰ ਉਸ ਨੂੰ ਵਿਚਾਰੋ, ਮਨ ਦੇ ਨਾਲ ਗੱਲਾਂ ਕਰੋ ਕਿ ਮਨਾ ਸੱਚ ਹੈ ਇਹ, ਔਰ ਇਸ ਨੂੰ ਆਪਣੇ ਨਾਲ ਬੰਨ੍ਹ ਲੈ। ਪਰ ਮਨ ਚੰਚਲ ਬਹੁਤ ਹੈ, ਉੱਥੇ ਜਾ ਕਰਕੇ ਵੀ ਆਪਣੇ ਕੰਮਾਂ ਧੰਦਿਆਂ ਨੂੰ ਕਰਦਾ ਰਹਿੰਦਾ ਹੈ, ਉੱਧਰ ਦੌੜਿਆ ਰਹਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹੁਣ ਦੇਖੋ, ਜਿਹੜਾ ਮਨੁੱਖ ਨੇ ਇਸ ਤਰ੍ਹਾਂ ਆਪਣੇ ਕੰਮਾਂ ਧੰਦਿਆਂ ਨੂੰ ਕਰਦਿਆਂ ਨਾਮ ਜਪ ਲਿਆ, ਉਹੀ ਨਾਲ ਨਿਭ ਗਿਆ ਨਾ। ਤੇ ਜਿਹੜਾ ਇਸ ਨੇ ਸੋਚਿਆ ਸੀ ਵੀ ਫੇਰ ਜਪਾਂਗੇ, ਜਦੋਂ ਬਜ਼ੁਰਗ ਹੋ ਗਏ ਉਦੋਂ ਚੌਂਕੜਾ ਮਾਰ ਕੇ ਬੈਠਿਆ ਕਰੂੰਗਾ, 5-5 ਘੰਟੇ ਸਿਮਰਨ ਕਰਿਆ ਕਰੂੰ, ਗੁਰੂ ਘਰੇ ਜਾ ਕੇ ਬੜੀ ਸੇਵਾ ਕਰਿਆ ਕਰੂੰ, ਮੈਂ ਤਾਂ ਫਲਾਣੇ ਥਾਂ ਜਾ ਕੇ ਰਹਿਣ ਲੱਗ ਜਾਣਾ, ਉੱਥੇ ਜਾ ਕੇ ਸੇਵਾ ਕਰੂੰ। ਇਹ ਸਾਰੀਆਂ ਆਸਾਂ ਹੀ ਬਣੀਆਂ ਰਹਿ ਜਾਂਦੀਆਂ ਨੇ। ਜਿਹੜਾ ਤੁਸੀਂ ਹੁਣ ਜਪ ਲਿਆ, ਮਹਾਰਾਜ ਕਹਿੰਦੇ ਇਹੀ ਤੁਹਾਡੇ ਭਾਈ ਨਾਲ ਨਿਭਣਾ ਹੈ। ਜੋ ਕਿਛ ਕਰਹਿ ਸੋਈ ਅਬਸਾਰ, ਜੋ ਬੰਦਿਆ ਤੂੰ ਹੁਣ ਕਰਦਾ ਹੈ ਨਾ, ਨਾਮ ਜਪ ਲੈ, ਸੇਵਾ ਸਿਮਰਨ ਕਰ ਲੈ, ਸੋਈ ਅਬਸਾਰ, ਉਹੀ ਹੁਣ ਸ੍ਰੇਸ਼ਟ ਹੈ। ਤੇਰਾ ਨਾਮ ਜਪਿਆ ਅੱਗੇ ਜਾ ਕੇ ਤੈਨੂੰ ਕੰਮ ਆਵੇਗਾ। ਜੇ ਤੂੰ ਨਾਮ ਨਾ ਜਪਿਆ ਤਾਂ ਫਿਰ ਪਛਤਾਤਾਪ ਕਰੇਗਾ। ਰਾਮ ਸਿਮਰ ਪਛਤਾਹੇਗਾ ਮਨ। ਮਹਾਰਾਜ ਕਹਿੰਦੇ ਹੇ ਮਨਾ, ਤੂੰ ਪਰਮਾਤਮਾ ਨੂੰ ਸਿਮਰ, ਨਹੀਂ ਤਾਂ ਪਛਤਾਤਾਪ ਕਰਨਾ ਪਵੇਗਾ। ਕਿਉਂ? ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਤੂੰ ਪਾਪਾਂ ਨੂੰ ਹਿਰਦੇ 'ਚ ਜਮ੍ਹਾਂ ਕਰਕੇ ਰੱਖਦਾ, ਲੁਕਾਉਣਾ ਲੋਕਾਂ ਤੋਂ ਵੀ ਮੈਂ ਕਿਤੇ ਮਾੜਾ ਨਾ ਸਾਬਤ ਹੋ ਜਾ। ਕਈ ਤਰ੍ਹਾਂ ਦੀਆਂ ਸਿਆਣਪਾਂ ਵਰਤਦਾ ਵੀ ਮੈਨੂੰ ਸਾਰੇ ਚੰਗਾ ਚੰਗਾ ਹੀ ਕਹਿਣ, ਪਰ ਅੰਦਰੋਂ ਖੋਟ ਹੈ, ਅੰਦਰੋਂ ਕਪਟ ਹੈ। ਤਾਂ ਮਹਾਰਾਜ ਕਹਿੰਦੇ ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਲਾਲਚ ਲਾਗੇ ਜਨਮ ਗਵਾਇਓ, ਮਾਇਆ ਭਰਮ ਭੁਲਾਹੇਗਾ। ਮਾਇਆ ਨੇ ਭਰਮ 'ਚ ਹੀ ਭੁਲਾਇਆ ਹੋਇਆ ਨਾ, ਪਰ ਬੰਦਾ ਲਾਲਚਾਂ 'ਚ ਲੱਗ ਕੇ ਸਾਰਾ ਜਨਮ ਬਤੀਤ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾ ਖਾਹੇਗਾ। ਕਰੀਏ ਕੀ ਕਹਿਤ ਕਬੀਰ, ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਹੇਗਾ। ਸੰਗਤ ਕਰਿਆ ਕਰ, ਜੇ ਹੋਰ ਕੁਝ ਨਹੀਂ ਕਰ ਸਕਦਾ, ਗੁਰੂ ਦੀ ਸੰਗਤ ਕਰਿਆ ਕਰ, ਬਾਣੀ ਦਾ ਪਾਠ ਕਰ ਲੈ, ਨਾਮ ਜਪ ਲੈ। ਹੁਣ ਪੰਜ ਪਿਆਰੇ ਸਾਨੂੰ ਕਹਿੰਦੇ ਨੇ ਭਾਈ ਜੇ ਪੜ੍ਹਿਆ ਲਿਖਿਆ ਤੇ ਬਾਣੀ ਪੜ੍ਹ ਲੈ, ਤੇ ਜੇ ਤੂੰ ਅਨਪੜ੍ਹ ਹੈ ਫਿਰ ਮੂਲ ਮੰਤਰ ਦਾ ਅਭਿਆਸ ਕਰ ਲੈ, ਵਾਹਿਗੁਰੂ ਦਾ ਅਭਿਆਸ ਕਰਿਆ ਕਰ। ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਫਿਰ ਪਛਤਾਵਹੁ, ਫਿਰ ਭਾਈ ਤੂੰ ਪਛਤਾਹੋ, ਪਛਤਾਤਾਪ ਕਰੇਗਾ ਅੰਤ ਦੇ ਸਮੇਂ। ਨਾ ਪਾਵਹੁ ਪਾਰ, ਪਰ ਤੇਰੇ ਕੋਲੋਂ ਆ ਸੰਸਾਰ ਤੋਂ ਪਾਰ ਨਹੀਂ ਪਿਆ ਜਾਣਾ। ਪਰਲੇ ਕਿਨਾਰੇ ਤੇ ਮੁਕਤੀ ਤੱਕ ਨਹੀਂ ਪਹੁੰਚਿਆ ਜਾਣਾ। ਭਾਵੇਂ 100 ਦੀ ਮੁਕਤੀ ਕਰਾ ਲਈ, ਭਾਵੇਂ 500 ਦੀ ਕਰਾ ਲਈ, ਭਾਵੇਂ 1000 5000 ਦੀ ਮੁਕਤੀ ਕਰਾ ਲਈ ਜਾ ਕੇ, ਪਰ ਤੇਰੇ ਕੋਲੋਂ ਮੁਕਤੀ ਤੱਕ ਨਹੀਂ ਪਹੁੰਚਿਆ ਜਾਣਾ। ਉਹੀ ਅਸਲ ਸੇਵਕ ਹੈ ਜਿਸ ਨੂੰ ਪਰਮਾਤਮਾ ਨੇ ਆਪਣੀ ਸੇਵਾ ਵਿੱਚ, ਭਜਨ ਸਿਮਰਨ ਵਿੱਚ ਲਾਇਆ ਹੋਇਆ ਹੈ, ਜਿਹੜਾ ਨਿਮਾਣਾ ਹੋ ਕੇ ਰਹਿੰਦਾ ਹੈ। ਸਾਧ ਸੰਗਤ ਗੁਰੂ ਵਾਲੇ ਵੀ ਬਣੀਏ ਤੇ ਗੁਰੂ ਦੇ ਆਛੇ ਅਨੁਸਾਰ ਚੱਲੀਏ। ਜਿਵੇਂ ਸਾਡੇ ਸਤਿਗੁਰਾਂ ਨੇ ਦੇਖੋ ਕਿੰਨਾ ਨਿਰਮਾਨਤਾ ਵਾਲਾ ਜੀਵਨ ਬਤੀਤ ਕੀਤਾ, ਕਿੰਨਾ ਜੀਵਨ ਹੈ ਗੁਰੂਆਂ ਦਾ, ਸਿੱਖਾਂ ਦਾ, ਤਾਂ ਉਹ ਅਸੀਂ ਉੱਥੋਂ ਸਿੱਖਿਆ ਲੈ ਸਕਦੇ ਹਾਂ। ਮਹਾਰਾਜ ਕਹਿੰਦੇ ਸੋ ਸੇਵਕ, ਉਹ ਅਸਲ ਸੇਵਕ ਹੈ ਭਾਈ, ਜਿਸ ਨੂੰ ਵਾਹਿਗੁਰੂ ਪਰਮਾਤਮਾ ਨੇ ਆਪਣੀ ਸੇਵਾ ਵਿੱਚ ਲਾ ਲੈਣਾ ਕੀਤਾ। ਉਸ ਨੇ ਹੀ ਨਿਰੰਜਨ, ਜੋ ਸੁੱਧ ਸਰੂਪ ਬ੍ਰਹਮ ਪਰਮਾਤਮਾ ਹੈ, ਦੇਵ ਪ੍ਰਕਾਸ਼ ਸਰੂਪ ਹੈ ਸਾਰਿਆਂ ਦਾ, ਉਸ ਦੇ ਤਾਈਂ ਪਾਉਣਾ ਕੀਤਾ। ਉਸ ਦੇ ਗੁਰੂ ਨਾਲ ਮਿਲ ਕਰਕੇ, ਕਪਾਟ ਨਾਮ ਹੈ ਤਖਤੇ ਦਾ। ਜਿਵੇਂ ਘਰ ਦਾ ਤਖਤਾ ਲੱਗਿਆ ਹੋਵੇ, ਵੜਿਆ ਨਹੀਂ ਨਾ ਜਾਂਦਾ ਘਰ 'ਚ, ਇਸ ਤਰ੍ਹਾਂ ਸਾਡੇ ਅੰਦਰ ਆਸ ਤੇ ਅੰਦੇਸ਼ਾ, ਦੋ ਤਖਤੇ ਲੱਗੇ ਹੋਏ ਨੇ। ਇੱਕ ਤਾਂ ਬੰਦੇ ਅੰਦਰ ਆਸਾ ਬਣੀ ਰਹਿੰਦੀ ਹੈ, ਆ ਵੀ ਮਿਲ ਜੇ, ਆ ਵੀ ਮਿਲ ਜੇ, ਆ ਵੀ ਮਿਲ ਜੇ, ਤੇ ਇੱਕ ਅੰਦੇਸ਼ਾ ਸ਼ੰਕਾ ਹੈ, ਆਹ ਕਿਉਂ ਹੋ ਗਿਆ, ਆਏ ਕਿਉਂ ਨਹੀਂ ਹੋਇਆ। ਇਹ ਦੋ ਤਖਤੇ ਨੇ
ਔਰ ਇਹਨਾਂ ਆਸ ਤੇ ਅੰਦੇਸਿਆਂ ਦੇ ਵਿੱਚ ਲੱਗ ਕੇ ਮਨ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ, ਪਰ ਇਹ ਤਖਤੇ ਨਹੀਂ ਟੁੱਟਦੇ। ਕਦੇ ਇਹਨਾਂ ਵੱਲੋਂ ਬੰਦ ਖਲਾਸੀ ਨਹੀਂ ਹੁੰਦੀ, ਨਾ ਆਸਾ ਛੁੱਟਦੀ ਹੈ ਤੇ ਨਾ ਹੀ ਅੰਦੇਸੇ ਛੁੱਟਦੇ ਨੇ। ਸਤਿਗੁਰੂ ਕਹਿੰਦੇ ਗੁਰ ਮਿਲ, ਜਿਹਨੇ ਗੁਰੂ ਨਾਲ ਮਿਲਣਾ ਕੀਤਾ ਹੈ, ਉਹਨਾਂ ਗੁਰਮੁਖਾਂ ਦੇ ਖੁੱਲੇ ਕਪਾਟ ਆਸ ਅੰਦੇਸਿਆਂ ਦੇ ਪ੍ਰਤੱਖ ਪੰਜ ਕੋਸ਼ਾਂ ਦੇ ਤਖਤੇ ਖੁੱਲ ਗਏ ਹਨ। ਉਹ ਭਾਈ ਦੁਬਾਰਾ ਜੂਨਾਂ ਦੇ ਰਸਤੇ ਨਹੀਂ ਆਉਂਦਾ। ਬਾਟ ਨਾਮ ਹੈ ਰਸਤੇ ਦਾ। ਇਹ ਨਹੀਂ ਕਦੇ ਕੀੜੀ ਬਣ ਜੂ, ਕਦੇ ਪਤੰਗਾ ਬਣ ਜੂ, ਕਦੇ ਮੱਛੀਆਂ ਬਣ ਗਿਆ, ਕਦੇ ਨਾਲੀਆਂ 'ਚ ਕੀੜੇ ਬਣ ਗਿਆ, ਕਦੇ ਜਾਨਵਰ ਬਣ ਗਿਆ। ਦੱਸਿਆ ਨਾ ਸਤਿਗੁਰਾਂ ਨੇ ਸਾਨੂੰ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ। ਮਹਾਰਾਜ ਕਹਿੰਦੇ ਤੈਨੂੰ ਜਗਦੀਸ਼ ਪਰਮੇਸ਼ਰ ਦੇ ਨਾਲ ਮਿਲਣ ਵਾਸਤੇ ਵਾਰੀ ਮਿਲੀ ਹੈ ਭਾਈ, ਤੇ ਇਸ ਨੂੰ ਨਾ ਗਵਾ। ਗੁਰੂ ਨਾਲ ਮਿਲ। ਗੁਰੂ ਅੱਗੇ ਪੁਕਾਰ ਕਰਕੇ, ਮਹਾਰਾਜ ਮੈਨੂੰ ਮੇਰੀ ਬਾਂਹ ਫੜ ਲਓ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਸਾਡੀ ਇਸ ਦੁਨੀਆ ਵਿੱਚੋਂ ਬਾਂਹ ਫੜ ਲਓ, ਸਾਡੀ ਸੁਰਤ ਨੂੰ ਆਪਣੇ ਨਾਲ ਜੋੜੋ, ਕੁਕਰਮਾਂ ਵਿੱਚੋਂ ਔਗਣਾਂ ਵਿੱਚੋਂ ਕੱਢ ਕੇ ਸਾਨੂੰ ਨਾਮ ਸਿਮਰਨ ਵਿੱਚ ਰੱਖੋ। ਬਾਹਰ ਨਾ ਆਵੇ ਜੋਨੀ ਬਾਟ, ਉਹ ਦੁਆਰਾ ਜੂਨਾਂ ਦੇ ਰਸਤੇ ਨਹੀਂ ਪਾਇਆ ਜਾਂਦਾ। ਭਗਤ ਜੀ ਸਮਝਾਉਂਦੇ ਨੇ, ਭਾਈ ਤੇਰਾ ਇਹੀ ਅਵਸਰ ਸਮਾਂ ਹੈ। ਕਲਯੁਗ ਦੇ ਵਿੱਚ ਨਾਮ ਸਿਮਰਨ ਦਾ ਸਮਾਂ ਤੈਨੂੰ ਮਿਲਿਆ ਹੋਇਆ ਹੈ। ਇਹ ਤੇਰੀ ਵਾਰ, ਇਹੀ ਤੈਨੂੰ ਵਾਰੀ ਮਿਲੀ ਹੈ, ਇੱਕ ਵਾਰੀ ਮਿਲੀ ਹੈ। ਦੇਖੋ ਅਸੀਂ ਵਿਦੇਸ਼ਾਂ ਨੂੰ ਜਾਂਦੇ ਹਾਂ ਤੇ ਸਾਧ ਸੰਗਤ ਫੈਲਾ ਲਾਉਂਦੇ ਹਾਂ, ਪਰ ਜੇ ਉਹ ਮੋਹਰ ਲਾ ਦੇਣ ਫਿਰ ਸਾਨੂੰ ਉੱਥੇ ਜਾਣਾ ਪੈਂਦਾ ਹੈ, ਤੇ ਨਹੀਂ ਫਿਰ ਕਈਆਂ ਦੇ ਰਿਫਿਊਜ਼ ਹੋ ਜਾਂਦੇ ਨੇ ਵੀਜ਼ੇ। ਉਹਨਾਂ ਦਾ ਸਾਰਾ ਖਰਚਾ, ਉਹਨਾਂ ਦਾ ਧੰਦ ਪਿੱਟ ਕਿੰਨਾ ਕੁਝ ਵੇਖੋ। ਜੇ ਉਹਨਾਂ ਨੂੰ ਇੱਕ ਵਾਰ ਮਿਲ ਜੇ ਸਮਾਂ ਤੇ ਉਹ ਖੁਸ਼ ਹੋ ਜਾਂਦੇ ਨੇ। ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਵੀਜ਼ਾ ਹੀ ਦਿੱਤਾ ਹੋਇਆ ਭਾਈ। ਇਹ ਜਿਹੜਾ ਸਮਾਂ ਮਿਲਿਆ ਹੈ ਨਾ, ਇਹ ਤੈਨੂੰ ਵੀਜ਼ਾ ਮਿਲਿਆ ਹੋਇਆ ਇੱਥੇ ਰਹਿਣ ਵਾਸਤੇ, ਤੇ ਇੱਥੇ ਤੂੰ ਨਾਮ ਜਪਣਾ ਹੈ। ਇਹੀ ਮਹਾਰਾਜ ਕਹਿੰਦੇ ਭਾਈ ਇਹ ਤੈਨੂੰ ਸਮਾਂ ਮਿਲਿਆ, ਇਹੀ ਤੇਰਾ ਅਵਸਰ ਤੇ ਇਹੀ ਤੇਰੀ ਵਾਰ। ਇਹ ਮਨੁੱਖਾ ਸਰੀਰ ਰੂਪ ਤੈਨੂੰ ਵਾਰੀ ਮਿਲੀ ਪਰਮਾਤਮਾ ਨਾਲ ਮਿਲਣ ਵਾਸਤੇ। ਤੂੰ ਆਪਣੇ ਹਿਰਦੇ ਵਿੱਚ ਹੀ ਵਿਚਾਰ ਕੇ ਦੇਖ ਲੈ। ਭਗਤ ਕਬੀਰ ਜੀ ਕਹਿੰਦੇ ਤੂੰ ਆਪਣੇ ਅੰਦਰ ਵਿਚਾਰ ਕਰ ਇਸ ਦੀ, ਵੀ ਵਾਕਈ ਇਹ ਗੱਲ ਸੱਚੀ ਹੈ ਵੀ ਜਿਹੜਾ ਸਾਡੇ ਨਾਲ ਇੱਕ ਵਾਰ ਵਿਛੜ ਗਿਆ ਦੂਜੀ ਵਾਰ ਆ ਕੇ ਮਿਲਿਆ ਕਦੇ? ਅਸੀਂ ਸੋਚੇ ਫਲਾਨਾ ਗਿਆ ਸੀ ਇੰਨੇ ਵਿੱਚ, ਫਲਾਨਾ ਇੰਨੇ ਸਮੇਂ ਸਰੀਰ ਛੱਡ ਗਿਆ, ਕਿਤੇ ਉਹਨੇ ਮਿਲਣਾ ਸਾਨੂੰ ਦੁਬਾਰਾ ਆ ਕੇ, ਜਾਂ ਮਿਲਿਆ ਕੋਈ ਸੁਨੇਹਾ ਆਇਆ? ਸੱਚ ਹੈ। ਭਗਤ ਜੀ ਕਹਿੰਦੇ ਘੱਟ ਭੀਤਰ ਤੂੰ ਦੇਖ ਵਿਚਾਰ, ਤੂੰ ਆਪਣੇ ਹਿਰਦੇ 'ਚ ਹੀ ਇਸ ਗੱਲ ਨੂੰ ਵਿਚਾਰ ਕੇ ਦੇਖ ਲੈ। ਭਗਤ ਜੀ ਕਹਿੰਦੇ ਭਾਈ ਜਾਂ ਤਾਂ ਤੂੰ ਜਿੱਤ ਲੈ ਜਾਂ ਤੂੰ ਹਾਰ ਜਾ। ਜਿੱਤੇਗਾ ਸੇਵਾ ਸਿਮਰਨ ਕਰਕੇ, ਗੁਰੂ ਦੀ ਸੇਵਾ ਕਰਕੇ, ਭਗਤੀ ਕਮਾਈ ਕਰਕੇ ਆਪਣੇ ਆਪ ਨੂੰ ਜਿੱਤ ਲੈ। ਮਨ ਜੀਤੈ ਜਗ ਜੀਤ। ਆਪਣੀਆਂ ਵਾਸਨਾ ਨੂੰ, ਵਿਕਾਰਾਂ ਨੂੰ, ਔਗਣਾਂ ਨੂੰ ਜਿੱਤ ਲੈਣਾ ਕਰ। ਆਪਣੇ ਭਟਕਦੇ ਹੋਏ ਮਨ ਨੂੰ, ਚੰਚਲ ਮਨ ਨੂੰ ਰੋਕ ਲੈ। ਜਾਂ ਤਾਂ ਇਸ ਜਨਮ ਨੂੰ ਜਿੱਤ ਲੈ ਗੁਰੂ ਨਾਲ ਮਿਲ ਕੇ, ਤੇ ਜਾਂ ਫਿਰ ਹਾਰ ਜਾ। ਵਿਕਾਰਾਂ 'ਚ ਲੱਗ ਕੇ, ਵਿਕਾਰੀ ਬਣ ਕੇ, ਮਾਇਆ ਵਿੱਚ ਭਰਮ ਦਾ ਆਪਣਾ ਜੀਵਨ ਬਤੀਤ ਕਰਕੇ ਹਾਰ ਜਾਏਗਾ। ਹਾਰਿਆ ਕੌਣ ਹੈ? ਮਨਮੁਖ। ਜਿੱਤਿਆ ਕੌਣ ਹੈ? ਗੁਰਮੁਖ। ਗੁਰਬਾਣੀ 'ਚ ਸਾਰੇ ਸਵਾਲ ਜਵਾਬ ਵੀ ਆਉਂਦੇ ਨੇ। ਸਤਿਗੁਰੂ ਸਾਨੂੰ ਬੜਾ ਖੋਲ ਕੇ ਦੱਸਦੇ ਨੇ ਵੀ ਹਾਰਦਾ ਕੌਣ ਹੈ, ਜਿੱਤਦਾ ਕੌਣ ਹੈ, ਸਫਲ ਕੌਣ ਹੁੰਦਾ ਹੈ, ਅਸਫਲ ਕੌਣ ਹੁੰਦਾ ਹੈ। ਤਾਂ ਮਹਾਰਾਜ ਕਹਿੰਦੇ ਗੁਰੂ ਵਾਲਾ ਬਣ ਕੇ ਜਿੱਤ ਲੈ ਜਨਮ ਨੂੰ, ਤੇ ਨਹੀਂ ਫਿਰ ਭਾਈ ਤੇਰੀ ਮਰਜ਼ੀ ਹੈ, ਮਨਮੁਖ ਬਣ ਕੇ ਹਾਰ ਜਾ। ਫਿਰ ਇਹ ਤੇਰੀ ਮਰਜ਼ੀ ਹੈ। ਭਗਤ ਕਬੀਰ ਜੀ ਕਹਿੰਦੇ ਬਹੁਤ ਤਰੀਕਿਆਂ ਦੇ ਨਾਲ ਵੇਦਾਂ ਵਿੱਚ, ਧਾਰਮਿਕ ਗ੍ਰੰਥਾਂ ਵਿੱਚ ਪੁਕਾਰ ਪੁਕਾਰ ਕੇ ਇਹ ਗੱਲ ਕਹੀ ਗਈ ਹੈ। ਅਸੀਂ ਵੀ ਤੈਨੂੰ ਪੁਕਾਰ ਕੇ ਕਹਿੰਦੇ ਹਾਂ ਭਾਈ ਨਾਮ ਜਪ, ਇਹੀ ਤੈਨੂੰ ਸਮਾਂ ਮਿਲਿਆ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਇਹ ਸਾਨੂੰ ਵਿਰਾਗਮਈ ਉਪਦੇਸ਼ ਵੀ ਸਤਿਗੁਰਾਂ ਨੇ ਬਖਸ਼ਿਆ ਹੈ
ਜੀਵਨ ਅੰਦਰ ਸਾਧ ਸੰਗਤ ਧਾਰਨ ਕਰੀਏ। ਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਰਹਿਮਤ ਕਰਨ, ਨਾਮ ਦੀ ਦਾਤ ਬਖਸ਼ਣ, ਗੁਰਬਾਣੀ ਵਾਲਾ ਜੀਵਨ ਬਖਸ਼ਣ, ਔਗਣਾ ਤੋਂ ਛੁਡਾ ਕੇ ਗੁਣਾ ਵਾਲੇ ਪਾਸੇ ਲਾਉਣ। ਇੱਥੇ ਸਮਾਪਤੀ ਹੈ। ਹੋਈਆਂ